ਕਾਂਗਰਸ ਮੁੜ ਤੋਂ ਜਿਹੜੀ ਇਮੇਜ ਆਪਣੀ ਬਿਲਡਅਪ ਕੀਤੀ ਸੀ ਉਹ ਬਿਲਡਅਪ ਕਰ ਪਾਏਗੀ ਦੁਬਾਰਾ ਤੋਂ? ਕੀ ਲੱਗਦਾ ਤੁਹਾਨੂੰ? ਇਹ ਬਿਲਡਅਪ ਇਮੇਜ ਖਰਾਬ ਕਿੱਥੇ ਹੋਈ? ਕਿਵੇਂ ਤੁਸੀਂ ਅੰਦਾਜ਼ਾ ਲਗਾ ਲਿਆ? ਲੋਕਾਂ ਦਾ ਕਹਿਣਾ ਕਿ ਕਾਂਗਰਸ ਕਰਕੇ ਹੀ ਜਿਹੜਾ ਦੇਸ਼ ਹੈ ਪਿੱਛੇ ਜਾ ਰਿਹਾ। ਹਮੇਸ਼ਾ ਕੈਪਟਨ ਸਰਕਾਰ ਨੂੰ ਹੀ ਜਿਹੜਾ ਟਾਰਗੇਟ ਕੀਤਾ ਜਾਂਦਾ। ਕੈਪਟਨ ਸਰਕਾਰ ਜਗ੍ਹਾ ਜਗ੍ਹਾ ਦੇਖੋ ਪੁਤਲੇ ਜਲਾਏ ਜਾਂਦੇ ਨੇ। ਦੇਖੋ ਲੋਕਤੰਤਰ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਿ ਅਸੀਂ ਕਿਸੇ ਨੂੰ ਜੁੱਤੀਆਂ ਮਾਰੀਏ, ਉਹਦੇ ਘਰਦਿਆਂ ਨੂੰ ਉਹਨਾਂ ਨੂੰ ਗਾਲਾਂ ਕੱਢੀਏ ਜਾਂ ਕੋਈ ਇਹੋ ਜਿਹੀਆਂ ਗੱਲਾਂ ਕਰੀਏ। ਜੇ ਤੁਹਾਡੇ ਕੋਲ ਕੋਈ ਮੁੱਦੇ ਹੈ, ਜੇ ਮੁੱਦੇ ਸਹੀ ਹੈ ਤਾਂ ਤੁਸੀਂ ਸਹੀ ਇੱਕ ਸੁਚੱਜੀ ਭਾਸ਼ਾ ਨਾਲ ਵੀ ਬੋਲ ਸਕਦੇ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਗਾਲਾਂ ਕੱਢ ਗਈ। ਜੇ ਗਾਲਾਂ ਬੰਦਾ ਉਹ ਕੱਢਦਾ ਹੈ ਜਿਹਦੇ ਪੱਲੇ ਕੁਛ ਨਾ ਹੋਵੇ, ਉਹ ਘਬਰਾ ਕੇ ਉਹਨੂੰ ਦੇਖਦਾ ਵੀ ਲੋਕਾਂ ਨੇ ਮੇਰੀ ਹੋਰ ਤਾਂ ਗੱਲ ਸੁਣਨੀ ਨਹੀਂ, ਮੈਂ ਗਾਲਾਂ ਹੀ ਕੱਢ ਲਵਾਂ। 2022 ਨਜ਼ਦੀਕ ਹੈ। ਜਿਹੜਾ ਚੁਣਾਵੀ ਮੈਦਾਨ ਆ ਉਹ ਪੂਰੀ ਤਰ੍ਹਾਂ ਗਰਮ ਹੈ ਕਿਉਂਕਿ ਹਰ ਤਰਫ ਇਹੀ ਸਭ ਦਾ ਨਜ਼ਰੀਆ ਕਿ ਕਿਹੜੀ ਪਾਰਟੀ ਆ ਸਕਦੀ ਹੈ, ਆਪ ਪਾਰਟੀ, ਕਾਂਗਰਸ, ਅਕਾਲੀ ਦਲ ਜਾਂ ਫਿਰ ਬੀਜੇਪੀ। ਤਾਂ ਇਸ ਖਾਸ ਮੌਕੇ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਸੁਭਾਸ਼ ਚਾਵਲਾ ਜੀ ਮੌਜੂਦ ਨੇ ਕਾਂਗਰਸ ਤੋਂ। ਉਹਨਾਂ ਨਾਲ ਖਾਸ ਗੱਲਬਾਤ ਕਰਦੇ ਹਾਂ, ਇਸ ਬਾਰੇ ਉਹਨਾਂ ਦੇ ਵਿਚਾਰ ਜਾਣਦੇ ਹਾਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੁਭਾਸ਼ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਜਿੱਦਾਂ ਸਾਲ 2022 ਨੇੜੇ ਹੈ, ਚੋਣਾਂ ਨੇੜੇ ਨੇ, ਮੈਨੀਫੈਸਟੋ ਬਾਰੇ ਹਾਲੇ ਕੋਈ ਦੱਸ ਨਹੀਂ ਰਿਹਾ, ਬੋਲ ਨਹੀਂ ਰਿਹਾ, ਕੋਈ ਮੂੰਹ ਨਹੀਂ ਖੋਲ੍ਹ ਰਿਹਾ। ਅਤੇ ਸਾਲ 2022 'ਚ ਕੀ ਲੱਗਦਾ ਹੈ ਕਾਂਗਰਸ ਦੀ ਸਰਕਾਰ ਆਉਣ ਦੇ ਥੋੜ੍ਹੇ ਬਹੁਤ ਚਾਂਸ ਹੈਗੇ ਨੇ? ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ? ਹਾਂਜੀ। ਪੰਜਾਬ ਦੇ ਵਿੱਚ ਥੋੜ੍ਹੇ ਬਹੁਤ ਕਿਉਂ, ਪੂਰੇ ਚਾਂਸ ਹੈ। ਇਸ ਟਾਈਮ ਕੋਈ ਪਾਰਟੀ ਹੈ ਹੀ ਨਹੀਂ ਉਹਨਾਂ ਦੇ ਮੁਕਾਬਲੇ 'ਚ। ਜਿਹੜੀ ਮੈਨੀਫੈਸਟੋ ਹੁੰਦਾ ਹੈ, ਪਾਰਟੀ ਜਿਹੜੀ ਵੀ ਸੱਤਾ 'ਚ ਪਾਰਟੀ ਹੁੰਦੀ ਹੈ, ਉਹ ਅਖੀਰ ਦੇ ਵਿੱਚ ਦੋ ਤਰ੍ਹਾਂ ਦੇ ਡਾਕੂਮੈਂਟ ਜਿਹੜੇ ਉਹ ਜਾਰੀ ਕਰਦੀ ਹੈ। ਇੱਕ ਤਾਂ ਉਹ ਜਿਹੜੇ ਉਹਨੇ ਪਿਛਲੇ ਵਾਅਦੇ ਕੀਤੇ ਸੀ, ਉਹਦੇ ਜਿਹੜੇ ਕੰਮ ਹੈ ਗਿਣਾਉਣਗੇ। ਦੂਜਾ ਅੱਗੋਂ ਕੀ ਕਰਨਾ ਹੈ, ਉਹਦੇ ਲਈ ਹਾਲੇ ਟਾਈਮ ਬਹੁਤ ਪਿਆ। ਜਦੋਂ ਇਹ ਸਾਰੀਆਂ ਗੱਲਾਂ ਉਦੋਂ ਆਉਂਦੀਆਂ ਜਦੋਂ ਫਾਰਮਲ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਅਨਾਊਂਸਮੈਂਟ ਕਰ ਦਿੰਦਾ, ਫਿਰ ਇਹ ਉਦੋਂ ਕਮੇਟੀਆਂ ਸਾਡੀਆਂ ਬਣੀਆਂ ਹੁੰਦੀਆਂ, ਅਨਾਊਂਸਮੈਂਟ ਸ਼ੁਰੂ ਕਰ ਦਿੰਦੇ ਆ, ਉਦੋਂ ਹੋ ਜਾਣਗੀਆਂ ਜਲਦੀ। ਹੈ ਸੁਭਾਸ਼, ਜਿਹੜਾ ਕਾਂਗਰਸ ਦਾ ਲੋਕਾਂ ਦਾ ਕਾਂਗਰਸ ਦੇ ਪ੍ਰਤੀ ਨਜ਼ਰੀਆ ਹੈ ਕਿ ਕਾਂਗਰਸ ਸਰਕਾਰ ਇੱਦਾਂ ਮਹਿੰਗਾਈ ਇੱਦਾਂ ਹੋ ਗਈ ਹੈ, ਪ੍ਰੋਟੈਸਟ ਕਰ ਰਹੇ, ਜਗ੍ਹਾ ਜਗ੍ਹਾ ਥਾਂ 'ਤੇ ਧਰਨੇ ਦਿੱਤੇ ਜਾ ਰਹੇ ਨੇ, ਇਹਦੇ ਬਾਰੇ ਕੀ ਵਿਚਾਰ ਨੇ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਮਹਿੰਗਾਈ ਦੇ ਮਾਮਲੇ 'ਤੇ ਹੈ ਨਾ, ਉਹਦੇ 'ਚ ਲੋਕਾਂ ਨੂੰ ਸਮਝ ਆ ਗਈ ਹੈ ਕਿ ਮਹਿੰਗਾਈ ਦੇ ਵਿੱਚ ਰਾਜ ਸਰਕਾਰਾਂ ਦਾ ਹੱਥ ਨਹੀਂ ਹੁੰਦਾ ਜ਼ਿਆਦਾ। ਇਹ ਸਾਰਾ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਹੈ ਉਹਦੇ ਕਰਕੇ ਮਹਿੰਗਾਈ ਵੱਧਦੀ ਹੈ। ਖਾਸ ਕਰ ਉਦੋਂ ਜਦੋਂ ਪੈਟਰੋਲੀਅਮ ਪ੍ਰੋਡਕਟਸ ਦੇ ਰੇਟ ਵੱਧਦੇ ਹੈ, ਉਹ ਸਾਰਾ ਕੁਝ ਸਰਕਾਰ ਦੇ ਹੱਥ ਹੈ। ਡੀਜ਼ਲ ਹੋਵੇ, ਪੈਟਰੋਲ ਹੋਵੇ, ਗੈਸ ਹੋਵੇ, ਇਹ ਸੈਂਟਰ ਗੌਰਮੈਂਟ ਨੇ ਆਪਣੇ ਹੱਥ ਰੱਖਿਆ ਹੋਇਆ ਅਤੇ ਇਹਦੇ ਨਾਲ ਹੀ ਹਰ ਚੀਜ਼ ਦੇ ਉੱਤੇ ਅਸਰ ਪੈਂਦਾ ਹੈ। ਜਿਵੇਂ ਡੀਜ਼ਲ ਵੱਧ ਗਿਆ, ਜੇ ਡੀਜ਼ਲ ਵੱਧ ਗਿਆ ਤਾਂ ਬਿਜਲੀ ਮਹਿੰਗੀ ਹੋ ਗਈ, ਜਨਰੇਟਰਾਂ ਦੇ ਜ਼ਿਆਦਾ ਹੋ ਗਿਆ, ਟਰਾਂਸਪੋਰਟੇਸ਼ਨ ਦਾ ਕੰਮ ਵੱਧ ਗਿਆ, ਟਰਾਂਸਪੋਰਟ ਦਾ ਖਰਚਾ ਵੱਧ ਗਿਆ। ਹਰ ਚੀਜ਼ ਜਿਹੜੀ ਹੈ, ਹਰ ਪ੍ਰਦੇਸ਼ ਕੋਈ ਨਾ ਕੋਈ ਚੀਜ਼ ਦੂਜੇ ਪ੍ਰਦੇਸ਼ 'ਚੋਂ ਬੁਲਾਉਂਦਾ ਹੈ, ਇਹਦਾ ਓਵਰਹਾਲ ਅਸਰ ਪੈਂਦਾ ਹੈ। ਐਵੇਂ ਹੀ ਪੈਟਰੋਲ ਹੈ। ਪੈਟਰੋਲ ਉਹ ਚੀਜ਼ ਹੈ ਜਿਹੜੀ ਕਿਸੇ ਕੋਲ ਅਗਰ ਟੂ ਵੀਲਰ ਵੀ ਹੈ ਜਾਂ ਕਾਰ ਹੈ ਜਾਂ ਸਕੂਟਰ ਹੈ, ਹਰ ਆਦਮੀ ਨੇ ਰੋਜ਼ 2-4-5 ਲੀਟਰ ਤੇਲ ਜਿਹੜਾ ਉਹਦਾ ਖਰਚ ਕਰਨਾ ਹੈ। ਇਹ ਇਸ ਕਰਕੇ ਮਹਿੰਗਾਈ ਜਿਹੜੀ ਹੈ ਉਹ ਸੈਂਟਰ ਗੌਰਮੈਂਟ ਦੀ ਵਜ੍ਹਾ ਕਰਕੇ ਹੁੰਦੀ ਹੈ। ਸਟੇਟਾਂ ਕਰਕੇ ਮਹਿੰਗਾਈ ਦੇ ਨਾਲ ਸਟੇਟਾਂ ਦਾ ਕੋਈ ਜ਼ਿਆਦਾ ਤਾਲੁਕ ਨਹੀਂ ਹੈ। ਕੀ ਲੱਗਦਾ ਹੈ ਜਿੱਦਾਂ ਕਈ ਪਾਰਟੀਆਂ ਨੇ ਇਸ ਵਾਰੀ ਮੈਦਾਨ 'ਚ, ਆਪ ਪਾਰਟੀ ਹੈ, ਕਾਂਗਰਸ ਹੈ, ਬੀਜੇਪੀ, ਅਕਾਲੀ ਦਲ ਹੈ, ਕਾਂਗਰਸ ਮੁੜ ਤੋਂ ਜਿਹੜੀ ਇਮੇਜ ਆਪਣੀ ਬਿਲਡਅਪ ਕੀਤੀ ਸੀ ਉਹ ਬਿਲਡਅਪ ਕਰ ਪਾਏਗੀ ਦੁਬਾਰਾ ਤੋਂ? ਕੀ ਲੱਗਦਾ ਤੁਹਾਨੂੰ? ਇਹ ਬਿਲਡਅਪ ਇਮੇਜ ਖਰਾਬ ਕਿੱਥੇ ਹੋਈ? ਕਿਵੇਂ ਤੁਸੀਂ ਅੰਦਾਜ਼ਾ ਲਗਾ ਲਿਆ? ਲੋਕਾਂ ਦਾ ਕਹਿਣਾ ਕਿ ਕਾਂਗਰਸ ਕਰਕੇ ਹੀ ਜਿਹੜਾ ਦੇਸ਼ ਹੈ ਪਿੱਛੇ ਜਾ ਰਿਹਾ। ਹਮੇਸ਼ਾ ਕੈਪਟਨ ਸਰਕਾਰ ਨੂੰ ਹੀ ਜਿਹੜਾ ਟਾਰਗੇਟ ਕੀਤਾ ਜਾਂਦਾ। ਕੈਪਟਨ ਸਰਕਾਰ ਜਗ੍ਹਾ ਜਗ੍ਹਾ ਦੇਖੋ ਪੁਤਲੇ ਜਲਾਏ ਜਾਂਦੇ ਨੇ, ਹਾਏ ਹਾਏ ਕੈਪਟਨ ਸਰਕਾਰ ਹੋ ਰਹੀ ਹੈ। ਦੇਖੋ, ਦੋ ਗੱਲਾਂ ਹੁੰਦੀਆਂ ਸਰਕਾਰ ਦੇ ਖਿਲਾਫ। ਇੱਕ ਹੁੰਦਾ ਜਦੋਂ ਇਲੈਕਸ਼ਨ ਨੇੜੇ ਆਉਂਦੇ ਹੈ, ਸੁਭਾਵਿਕ ਹੈ ਜਿਹੜੇ ਐਮਪਲਾਈ ਯੂਨੀਅਨ ਹੈ ਜਾਂ ਹੋਰ ਪ੍ਰਾਈਵੇਟ ਅਦਾਰੇ ਹੈ, ਉਹਨਾਂ ਨੂੰ ਲੱਗਦਾ ਹੈ ਕਿ ਇਲੈਕਸ਼ਨ ਦੇ ਟਾਈਮ 'ਤੇ ਆ ਕੇ ਅਸੀਂ ਸਰਕਾਰ 'ਤੇ ਇੱਕ ਦਬਾਅ ਪਾ ਕੇ ਅਸੀਂ ਆਪਣੀਆਂ ਮੰਗਾਂ ਮਨਾ ਲਾਂਗੇ। ਔਰ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ। ਇਹ ਤੁਸੀਂ 50 ਸਾਲ ਦਾ ਇਤਿਹਾਸ ਵੀ ਕੱਢ ਲਓਗੇ, ਜਦੋਂ ਵੀ ਇਲੈਕਸ਼ਨ ਦੇ ਮਹੀਨਾ 2 ਮਹੀਨੇ ਰਹਿ ਜਾਂਦੇ ਜਾਂ 3 ਮਹੀਨੇ, ਇਹ ਪ੍ਰਦਰਸ਼ਨ ਵੱਧ ਜਾਂਦੇ ਹੈ। ਤੁਸੀਂ ਚੰਡੀਗੜ੍ਹ ਦੇਖ ਲਓ, ਇੱਥੇ ਤਾਂ ਕੈਪਟਨ ਸਰਕਾਰ ਨਹੀਂ। ਅੱਜ ਕੋਈ ਸ਼ਹਿਰ ਦਾ ਕੋਨਾ ਨਹੀਂ, ਖਾਸ ਕਰ ਜੋ 17 ਸੈਕਟਰ ਹੈ, 9 ਸੈਕਟਰ ਹੈ, ਹਰ ਕੋਨੇ ਦੇ ਵਿੱਚ ਕਿਤੇ ਪੰਜਾਬ ਦੇ ਕਰਮਚਾਰੀ ਬੈਠੇ, ਕਿਤੇ ਹਰਿਆਣਾ ਦੇ ਕਰਮਚਾਰੀ ਬੈਠੇ, ਕਿਤੇ ਸੈਂਟਰ ਦੇ ਬੈਠੇ ਹੈ, ਕਿਤੇ ਬੈਂਕਾਂ ਵਾਲੇ ਹੜਤਾਲ ਕਰ ਰਹੇ ਹੈ, ਕਿਤੇ ਹੋਮਗਾਰਡ ਵਾਲੇ ਹੜਤਾਲ ਕਰ ਰਹੇ ਹੈ। ਤਾਂ ਉੱਥੇ ਕੀ ਕਹਾਂਗੇ ਆਪਾਂ ਨੇ ਵੀ ਉੱਥੇ ਵੀ ਕੈਪਟਨ ਸਰਕਾਰ ਹੈ। ਇੱਕ ਟਾਈਮ ਹੁੰਦਾ ਹੈ, ਟਾਈਮ ਦੇ ਹਿਸਾਬ ਨਾਲ ਹਰ ਬੰਦਾ ਇਸ ਵੇਲੇ ਦਾ ਥੋੜ੍ਹਾ ਜਿਹਾ ਉਹਨੂੰ, ਔਰ ਉਹ ਸੁਭਾਵਿਕ ਹੈ, ਉਹਨੂੰ ਲੱਗਦਾ ਕਿ ਸਰਕਾਰ ਮੰਨ ਜਾਏਗੀ ਜਲਦੀ। ਕੁਝ ਦਿਨ ਪਹਿਲਾਂ ਆਪ ਪਾਰਟੀ ਵੱਲੋਂ ਵੀ ਪੁਤਲਾ ਜਲਾਇਆ ਗਿਆ ਕੈਪਟਨ ਸਰਕਾਰ ਦਾ। ਉਹ 'ਚ ਕੈਪਟਨ ਨੂੰ ਵੀ ਜੁੱਤੀਆਂ ਮਾਰੀ ਗਏ ਨੇ, ਰਾਣੀ ਨੂੰ ਵੀ ਗਾਲਾਂ ਕੱਢੀ ਗਏ ਨੇ, ਸਾਧੂ ਧਰਮਸੋਤ ਨੂੰ ਵੀ ਕੀਤਾ ਗਿਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਵੀ ਕੀਤਾ। ਹਰ ਪਾਰਟੀ ਦੇ ਹਰ ਮੈਂਬਰ ਨੂੰ ਟਾਰਗੇਟ ਜਿਹੜਾ ਹੈਗਾ ਕੀਤਾ ਗਿਆ। ਦੇਖੋ, ਲੋਕਤੰਤਰ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਿ ਅਸੀਂ ਕਿਸੇ ਨੂੰ ਜੁੱਤੀਆਂ ਮਾਰੀਏ, ਉਹਦੇ ਘਰਦਿਆਂ ਨੂੰ ਉਹਨਾਂ ਨੂੰ ਗਾਲਾਂ ਕੱਢੀਏ ਜਾਂ ਕੋਈ ਇਹੋ ਜਿਹੀਆਂ ਗੱਲਾਂ ਕਰੀਏ। ਜੇ ਤੁਹਾਡੇ ਕੋਲ ਕੋਈ ਮੁੱਦੇ ਹੈ, ਜੇ ਮੁੱਦੇ ਸਹੀ ਹੈ ਤਾਂ ਤੁਸੀਂ ਸਹੀ ਇੱਕ ਸੁਚੱਜੀ ਭਾਸ਼ਾ ਨਾਲ ਵੀ ਬੋਲ ਸਕਦੇ। ਤੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਗਾਲਾਂ ਕੱਢ ਗਈ। ਜੇ ਗਾਲਾਂ ਬੰਦਾ ਉਹ ਕੱਢਦਾ ਹੈ ਜਿਹਦੇ ਪੱਲੇ ਕੁਛ ਨਾ ਹੋਵੇ,
ਉਹ ਘਬਰਾ ਕੇ ਉਹਨੂੰ ਦੇਖਦਾ ਵੀ ਲੋਕਾਂ ਨੇ ਮੇਰੀ ਹੋਰ ਤਾਂ ਗੱਲ ਸੁਣਨੀ ਨਹੀਂ, ਮੈਂ ਗਾਲਾਂ ਹੀ ਕੱਢ ਲਵਾਂ। ਤਾਂ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦਾ ਓਛਾਪਨ ਹੈ। ਉਹਨੂੰ ਨਹੀਂ ਭੁੱਲਣਾ ਚਾਹੀਦਾ ਕੇਜਰੀਵਾਲ ਜੀ ਨੂੰ ਕਿ ਜਦੋਂ ਤੁਸੀਂ ਦਿੱਲੀ 'ਚ ਕੰਪੇਨ ਕਰ ਰਹੇ ਸੀ ਤੁਹਾਡਾ ਹਾਲ ਲੋਕਾਂ ਨੇ ਕੀ ਕੀਤਾ ਸੀ। ਹਰ ਰੋਜ਼ ਇੱਕ ਚਪੇੜ ਵੱਜਦੀ ਸੀ ਨਾ ਕੇਜਰੀਵਾਲ ਨੂੰ, ਅੱਜ ਫਲਾਣੇ ਨੇ ਥੱਪੜ ਮਾਰਤਾ, ਅੱਜ ਸ਼ਾਹੀ ਸੁੱਟਤੀ। ਕੀ ਤੁਸੀਂ ਚਾਹੁੰਦੇ ਹੋ ਪੰਜਾਬ ਦੇ ਵਿੱਚ ਇਹੋ ਜਿਹੀਆਂ ਗੱਲਾਂ ਰਿਪੀਟ ਕੀਤੀਆਂ ਜਾਣ? ਅੱਜ ਉਹ ਕਰਨਗੇ ਉਹ ਤਾਂ ਸਰਕਾਰ 'ਚ ਹੈ ਕੈਪਟਨ ਸਾਹਿਬ। ਜੇ ਸਰਕਾਰ ਚਾਹੇ ਤਾਂ ਫਿਰ ਇਹਨਾਂ ਦੀ ਤਾਂ ਮੀਟਿੰਗ ਹੀ ਨਾ ਹੋਣ ਦੇਵੇ ਜੇ ਇਹੋ ਜਿਹੀਆਂ ਗੱਲਾਂ ਹੋਣ। ਪਰ ਡੈਮੋਕ੍ਰੇਸੀ ਦੇ ਅੰਦਰ ਆਪਣੀ ਗੱਲ ਨੂੰ ਸੁਚੱਜੇ ਬੜੇ ਪਿਆਰ ਨਾਲ, ਇੱਜ਼ਤ ਮਾਨ ਨਾਲ ਕਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਟਾਰਗੇਟਡ ਪਾਰਟੀਆਂ ਬੀਜੇਪੀ ਤੇ ਕਾਂਗਰਸ ਹੈ, ਕੀ ਕਾਰਨ ਹੈ ਇਹ ਦੋ ਪਾਰਟੀਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਜ਼ਿਆਦਾਤਰ? ਮੈਂ ਸਮਝਦਾ ਬੀਜੇਪੀ ਦੇ ਪੱਲੇ ਹੁਣ ਪੰਜਾਬ 'ਚ ਕੁਛ ਨਹੀਂ। ਜੋ ਉਹਨਾਂ ਨੇ 3 ਕਿਸਾਨ ਬਿੱਲ ਜਿਹੜੇ ਉਹਨਾਂ ਨੇ ਪਾਸ ਕੀਤੇ ਹੈ ਉਹਦੇ 'ਚ ਸਿੱਧਾ ਹੀ ਬੀਜੇਪੀ ਦਾ ਹੱਥ ਹੈ। ਬੀਜੇਪੀ ਹੁਣ ਵੀ ਉਸ 'ਤੇ ਅੜੀ ਹੋਈ ਹੈ। ਇਸ ਕਰਕੇ ਪੰਜਾਬ ਦੇ ਵਿੱਚ ਉਹਦਾ ਬੀਜੇਪੀ ਦਾ ਸਮਝੋ ਨਾਮੋ ਨਿਸ਼ਾਨ ਖਤਮ ਹੈ ਹੁਣ। ਇਸ ਕਰਕੇ ਉਸ ਪਾਰਟੀ ਨੂੰ ਟਾਰਗੇਟ ਕਰਕੇ ਤਾਂ ਮੈਂ ਸਮਝਦਾ ਜੇ ਕਿਸੇ ਦੀ ਮਿਲੀ ਭਗਤ ਹੋਵੇ ਤਾਂ ਉਹਨੂੰ ਜਿੰਦਾ ਰੱਖਣ ਵਾਸਤੇ ਉਹਨੂੰ ਟਾਰਗੇਟ ਕੋਈ ਕਰ ਸਕਦਾ ਹੈ, ਵਰਨਾ ਬੀਜੇਪੀ ਹੁਣ ਹੈ ਨਹੀਂ। ਜਿੱਥੇ ਤੱਕ ਅਕਾਲੀ ਦਲ ਦਾ ਹੈ, ਅੱਜ ਵੀ ਜਿੰਨੀਆਂ ਕਿਸਾਨ ਯੂਨੀਅਨ ਜਾਂ ਸੰਯੁਕਤ ਕਿਸਾਨ ਮੋਰਚਾ ਐਜੀਟੇਸ਼ਨ ਕਰ ਰਿਹਾ ਹੈ, ਉਹ ਅਕਾਲੀ ਦਲ ਨੂੰ ਵੀ ਉਨਾ ਹੀ ਜ਼ਿੰਮੇਵਾਰ ਸਮਝਦਾ ਹੈ 3 ਕ੍ਰਿਸ਼ੀ ਬਿੱਲਾਂ ਲਈ ਜਿੰਨਾ ਉਹ ਬੀਜੇਪੀ ਨੂੰ ਸਮਝਦਾ ਹੈ। ਕਿਉਂਕਿ ਜਦੋਂ ਇਹ ਬਿੱਲ ਆਰਡੀਨੈਂਸ ਆਇਆ, ਕੈਬਨਿਟ ਦੇ ਵਿੱਚ ਆਉਂਦਾ ਆਰਡੀਨੈਂਸ, ਉਦੋਂ ਸਾਰੀ ਕੈਬਨਿਟ ਜਿਹੜੀ ਹੈ ਉਸ 'ਤੇ ਦਸਤਖਤ ਕਰਦੀ ਤਾਂ ਆਰਡੀਨੈਂਸ ਆਉਂਦਾ। ਉਸ ਮੀਟਿੰਗ ਦੇ ਵਿੱਚ ਹਰਸਿਮਰਤ ਕੌਰ ਬਾਦਲ ਸੀਗੇ, ਉਹਨਾਂ ਨੇ ਦਸਤਖਤ ਕੀਤੇ, ਆਰਡੀਨੈਂਸ ਆਇਆ। ਔਰ ਉਸ ਤੋਂ ਬਾਅਦ ਵੀ 2 ਮਹੀਨੇ ਹਰਸਿਮਰਤ ਕੌਰ ਅਤੇ ਵੱਡੇ ਬਾਦਲ ਸਾਹਿਬ ਇਹਨਾਂ ਬਿੱਲਾਂ ਨੂੰ ਕਿਸਾਨਾਂ ਦੇ ਹਿੱਤ 'ਚ ਕਹਿੰਦੇ ਰਹੇ। ਇਹ ਤਾਂ ਜਦੋਂ ਕਿਸਾਨ ਭੜ ਗਏ, ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਡੇ ਹੱਥੋਂ ਸਾਰਾ ਕੰਮ ਨਿਕਲ ਗਿਆ, ਫਿਰ ਉਹਨਾਂ ਨੇ ਇੱਕ ਰਾਜਨੀਤਿਕ ਡਰਾਮਾ ਕੀਤਾ, ਅਸਤੀਫਾ ਦੇ ਦਿੱਤਾ। ਉਹਨਾਂ ਨੂੰ ਪਤਾ ਸੀ ਵੀ ਅਸਤੀਫੇ ਦਿੱਤੇ ਬਗੈਰ ਸਾਡਾ ਗੁਜ਼ਾਰਾ ਨਹੀਂ ਬਣਨਾ, ਸਾਨੂੰ ਲੋਕਾਂ ਨੇ ਵੜਨ ਨਹੀਂ ਦੇਣਾ। ਪਰ ਇਸ ਸਾਰੇ ਡਰਾਮੇ ਨੂੰ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਸਮਝ ਗਏ ਆ। ਉਹ ਅਕਾਲੀ ਦਲ ਦਾ ਵੀ ਉਸੇ ਤਰ੍ਹਾਂ ਬਾਈਕਾਟ ਕਰ ਰਹੇ ਆ ਜਿੱਦਾਂ ਉਹ ਭਾਰਤੀ ਜਨਤਾ ਪਾਰਟੀ ਦਾ ਕਰ ਰਹੇ ਆ। ਇਸ ਕਰਕੇ ਇਹ ਦੋਨਾਂ ਪਾਰਟੀਆਂ ਦਾ ਹੁਣ ਪੰਜਾਬ ਦੇ ਵਿੱਚ ਭਵਿੱਖ ਨਹੀਂ ਹੈ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤੁਸੀਂ ਇੱਕ ਚੀਜ਼ ਨੂੰ ਮੰਨ ਕੇ ਚੱਲੋ, ਅੱਜ ਉਹਨਾਂ ਦਾ CM ਦਾ ਦਾਅਵੇਦਾਰ ਕੌਣ ਹੈ? ਭਗਵੰਤ ਮਾਨ। ਤੁਸੀਂ ਮੰਨਦੇ ਹੋ ਭਗਵੰਤ ਮਾਨ CM ਦਾ ਕੈਂਡੀਡੇਟ ਔਰ CM ਜਿੱਦਾਂ ਉਹ ਬਣ ਜਾਏਗਾ ਪੰਜਾਬ ਦਾ ਭਲਾ ਹੋ ਜਾਏਗਾ? ਤੁਹਾਨੂੰ ਕੀ ਲੱਗਦਾ ਉਹ ਡਿਜ਼ਰਵ ਕਰਦੇ? ਜਿੱਦਾਂ ਕੁਝ ਦਿਨ ਪਹਿਲਾਂ ਲੁਧਿਆਣੇ ਲੋਕਾਂ ਨੇ ਆ ਕੇ ਪ੍ਰੋਟੈਸਟ ਕੀਤਾ ਸੀ ਕਿ ਇਹਨਾਂ ਨੂੰ CM ਬਣਾਇਆ ਜਾਵੇ। ਕੌਣ ਕਰ ਰਿਹਾ? ਉਹਦੀ ਪਾਰਟੀ ਦੇ ਕੁਝ ਲੋਕ ਕਰ ਰਹੇ ਆ। 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਮੰਗ ਉੱਠ ਰਹੀ ਸੀ ਕਿ ਭਗਵੰਤ ਮਾਨ ਤਾਂ ਦਿਨ ਨੂੰ ਸ਼ਰਾਬ ਪੀ ਲੈਂਦੇ ਨਾ, ਇਹਨਾਂ ਨੂੰ ਪਾਰਟੀ 'ਚੋਂ ਕੱਢ ਦਿਓ। ਪਾਰਲੀਮੈਂਟ ਦੇ ਵਿੱਚ ਜਾ ਕੇ ਇੱਕ ਵਾਰੀ ਮੈਂਬਰ ਨੇ ਕਹਿ ਦਿੱਤਾ ਸੀ ਕਿ ਮੇਰੇ ਕੋਲ ਨਾ ਬੈਠੋ, ਮੈਨੂੰ ਇਹਨਾਂ ਕੋਲ ਸ਼ਰਾਬ ਦੀ ਸਮੈਲ ਆ ਰਹੀ ਹੈ। ਇਹ ਤਾਂ ਜਦੋਂ CMਸ਼ਿਪ ਦਾ ਨੇੜੇ ਆਇਆ ਫਿਰ ਉਹ ਜਾ ਕੇ ਗੁਰਦੁਆਰਿਆਂ 'ਚ ਦਿਖਾਉਣ ਲੱਗ ਗਏ ਜੀ ਮੈਂ ਸਹੁੰ ਚੱਕਦਾ, ਮੈਂ ਸ਼ਰਾਬ ਨਹੀਂ ਪੀਊਂਗਾ, ਇਹ ਨਹੀਂ ਕਰੂੰਗਾ। ਇਹ ਅਸੀਂ ਨਹੀਂ ਕਹਿ ਰਹੇ, ਇਹ ਉਹਨਾਂ ਦੀ ਪਾਰਟੀ 1 ਸਾਲ ਪਹਿਲਾਂ ਕਹਿ ਰਹੀ ਸੀਗੀ। ਅੱਜ ਤੁਸੀਂ ਉਹਨੂੰ ਦੇਖ ਰਹੇ ਆ ਕਿ ਹੁਣ ਹੈ ਨਹੀਂ। ਰੋਜ਼ ਧਰਨੇ ਦਿੱਤੇ ਜਾ ਰਹੇ ਹੈ। ਕੇਜਰੀਵਾਲ ਆਪਣੇ ਆਪ ਨੂੰ ਕਹਿੰਦੇ ਜੀ ਸਾਡੀ ਬੜੀ ਡਿਸਿਪਲਿਨਡ ਪਾਰਟੀ ਹੈ, ਅਸੀਂ ਨਵੇਂ ਅਸੂਲਾਂ ਨਾਲ ਆਵਾਂਗੇ, ਇਹ ਕਰਾਂਗੇ, ਅਤੇ ਆਪਣੇ ਪੰਜਾਬ ਦੇ CM ਦਾ ਕੈਂਡੀਡੇਟ ਤਾਂ ਚਿਹਰਾ ਨਹੀਂ ਦਿਖਾ ਪਾਏ ਹਾਲੇ ਤੱਕ। ਅਤੇ ਇਸ ਕਰਕੇ ਜਿਹੜੀ ਪਾਰਟੀ ਦਾ ਢਾਂਚਾ ਹੀ ਨਹੀਂ, ਜਿਹੜੀ ਪਾਰਟੀ ਦੇ ਕੋਲ ਕੋਈ ਆਫਿਸ ਬੇਅਰਰ ਨਹੀਂ। ਔਰ ਸਿਰਫ ਇਸ ਗੱਲ ਦੇ ਉੱਤੇ ਮੈਂ ਸਮਝਦਾ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਹਿੰਦੀ ਹੈ। ਚੰਡੀਗੜ੍ਹ ਦਾ ਮਿਸਾਲ ਆ ਸਾਡੇ ਸਾਹਮਣੇ, ਜਦੋਂ 2 ਬੰਦੇ ਉਹ ਕਾਂਗਰਸ ਦੇ ਤੋੜ ਲੈਂਦੇ ਆ, ਛਾਲਾਂ ਮਾਰਨ ਲੱਗ ਜਾਂਦੇ, ਸਾਡੀ ਪਾਰਟੀ ਬਹੁਤ ਮਜ਼ਬੂਤ ਹੋ ਗਈ। ਜਦ ਉਹਨਾਂ ਕੋਲ ਜੇ ਆਪਣਾ ਢਾਂਚਾ ਹੁੰਦਾ ਤਾਂ ਉਹਨਾਂ ਨੂੰ ਤੋੜ ਭੰਨ ਕਰਨ ਦੀ ਤੇ ਇਹੋ ਜਿਹੇ ਬੰਦੇ ਲਿਆਉਣ ਦੀ ਕੀ ਲੋੜ ਸੀਗੀ? ਸੁਭਾਸ਼ ਜੀ, ਵੋਟਾਂ ਤੋਂ ਪਹਿਲਾਂ ਜਿਹੜੀ ਪਾਰਟੀਆਂ ਦੀ ਆਪਸੀ ਖੂਨੀ ਝੜਪ ਹੁੰਦੀ ਹੈ, ਡੰਡੇ ਸੋਟੇ ਤੱਕ ਚੱਲਦੇ ਨੇ ਕਿ ਸਾਡੀ ਇਹ ਨਜਾਇਜ਼ ਗੁੰਡਾਗਰਦੀ ਹੈ ਕਿ ਸਾਡੀ ਪਾਰਟੀ ਨੂੰ ਵੋਟਾਂ ਪਾਓ, ਸਾਡੀ ਪਾਰਟੀ ਹੀ ਜਿੱਤੇਗੀ, ਆਪਸ 'ਚ ਭਿੜਦੇ ਨੇ, ਖੂਨੀ ਝੜਪ ਤੱਕ ਹੁੰਦੀ ਹੈ, ਬਹੁਤ ਕੁਝ ਕੀਤਾ ਜਾਂਦਾ ਹੈ। ਇਹਦੇ ਪਿੱਛੇ ਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕੀ ਵਿਚਾਰ ਨੇ ਇਹਦੇ ਬਾਰੇ? ਮੇਰਾ ਖਿਆਲ ਹੈ ਪੰਜਾਬ ਦਾ ਕਲਚਰ ਨਹੀਂ, ਬਾਏ ਐਂਡ ਲਾਰਜ ਪੰਜਾਬ ਦੇ ਕਿਸੇ ਇਲੈਕਸ਼ਨ 'ਚ ਬਹੁਤ ਵੱਡੀ ਵਾਇਲੈਂਸ ਨਹੀਂ ਹੋਈ। ਕੁਝ ਕੌਂਸਟੀਚੁਐਂਸੀਜ਼ ਐਸੀਆਂ ਹੁੰਦੀਆਂ ਹੈ ਜਿੱਥੇ 2 ਧੜੇ ਇੰਨੇ ਮਜ਼ਬੂਤ ਹੁੰਦੇ ਆ, ਉਹ ਪੰਚਾਇਤ ਇਲੈਕਸ਼ਨ ਤੋਂ ਹੀ ਉਹਨਾਂ ਦੀ ਆਪਸ 'ਚ ਖੁੰਦਕ ਚੱਲੀ ਜਾਂਦੀ ਹੁੰਦੀ ਹੈ। ਕਦੇ ਸਰਪੰਚੀ ਦੇ ਇਲੈਕਸ਼ਨ 'ਚ ਕੋਈ ਹਾਰ ਗਿਆ ਕਿ ਦੂਜਾ ਜਿੱਤ ਗਿਆ। ਔਰ ਉੱਥੇ ਜਿਵੇਂ ਕਹਿੰਦੇ ਨਾ ਪੰਜਾਬੀ ਦੇ ਵਿੱਚ ਖਾਸ ਕਰ ਜਦੋਂ ਮੁੱਛ ਦਾ ਸਵਾਲ ਬਣ ਜਾਂਦਾ, ਪੰਜਾਬ ਜੱਟਾਂ 'ਚ ਕਹਿੰਦੇ ਜਾਂ ਪੰਜਾਬੀਆਂ 'ਚ ਮੇਰੇ ਤਾਂ ਮੁੱਛ ਦਾ ਸਵਾਲ ਹੈ, ਇਹ ਉਹਨਾਂ ਕੌਂਸਟੀਚੁਐਂਸੀਆਂ ਜਾ ਕੇ ਥੋੜ੍ਹਾ ਵਾਇਲੈਂਸ ਹੁੰਦੀ ਹੈ। ਉਹ ਰਾਜਨੀਤਿਕ ਵਾਇਲੈਂਸ ਨਹੀਂ ਕਹਿ ਸਕਦੇ, ਉਹ ਜਿਹੜੀ ਆਪਸ ਦੀ ਇੱਕ ਟ੍ਰੈਡੀਸ਼ਨਲ ਦੁਸ਼ਮਣੀ ਚੱਲੀ ਆ ਰਹੀ ਹੈ ਉਹ ਆ ਕੇ ਇਲੈਕਸ਼ਨਾਂ 'ਚ ਆ ਕੇ ਨਿਕਲਦੀ ਹੈ। ਪਰਸਨਲ ਜਿਹਨੂੰ ਲੜਾਈ ਹੁੰਦੀ ਹੈ। ਪੰਜਾਬ ਨਹੀਂ ਹੈਗਾ ਇਹੋ ਜਿਹਾ। ਪੰਜਾਬ ਦੇ ਇਲੈਕਸ਼ਨ ਜਿੰਨੀ ਮਾਰਸ਼ਲ ਕੌਮਾਂ ਪੰਜਾਬ 'ਚ ਰਹਿੰਦੀਆਂ ਉਹਦੇ ਬਾਵਜੂਦ ਉੱਤਰ ਪ੍ਰਦੇਸ਼, ਬਿਹਾਰ ਨਾਲੋਂ ਕਿਤੇ ਸ਼ਾਂਤੀਪੂਰਨ ਤਰੀਕੇ ਦੇ ਜਿਹੜੇ ਇਲੈਕਸ਼ਨ ਆ ਉਹ ਪੰਜਾਬ 'ਚ ਹੁੰਦੇ ਆ। ਪਾਰਟੀ ਨੂੰ ਲੈ ਕੇ ਤੁਹਾਡੇ ਲਈ ਸਭ ਤੋਂ ਵੱਡੀ ਹੁਣ ਚੁਣੌਤੀ ਇਸ ਸਮੇਂ ਕੀ ਹੈ? ਕੀ ਤੁਸੀਂ ਪਲਾਨ ਆਊਟ ਕਰ ਰਹੇ ਹੋ ਕਿ ਲੋਕਾਂ ਦੀ ਸਮੱਸਿਆਵਾਂ ਨੂੰ ਸੁਲਝਾਇਆ ਜਾਵੇ? ਬੇਰੁਜ਼ਗਾਰੀ ਤਾਂ ਹੈ ਹੀ, ਕਰੋਨਾ ਵਰਗੀ ਮਹਾਮਾਰੀ ਨਾਲ ਵੀ ਲੋਕਾਂ ਨੇ ਮਾਸਕ ਨੂੰ ਆਪਣਾ ਹਿੱਸਾ ਬਣਾ ਲਿਆ, ਉਹਨਾਂ ਨੂੰ ਪੈ ਚੁੱਕੀ ਹੈ। ਜਿੱਥੇ ਤੱਕ ਪੰਜਾਬ ਸਰਕਾਰ ਦਾ ਤਾਲੁਕ ਹੈ ਉਹਦੀ ਵਾਪਸੀ ਆਉਣੀ ਹੈ, ਕੋਈ ਪਾਰਟੀ ਮੁਕਾਬਲੇ 'ਚ ਨਹੀਂ। ਮੈਂ ਦੱਸਿਆ ਕਿ ਕਿਸਾਨ ਅੰਦੋਲਨ ਜਾਂ ਦੂਜੇ, ਜਿੱਥੇ ਤੱਕ ਕਰੋਨਾ ਦੀ ਮੈਨੇਜਮੈਂਟ ਦਾ ਹੈ ਪੰਜਾਬ ਨੇ ਦੂਜੇ ਰਾਜਾਂ ਨਾਲੋਂ ਬਹੁਤ ਵਧੀਆ ਕੀਤਾ ਹੈ।
ਬਹੁਤ ਜ਼ਿਆਦਾ ਇੱਥੇ ਤੁਸੀਂ ਦੇਖੋਗੇ ਡੈਥ ਦਾ ਅੰਕੜਾ ਬਹੁਤ ਘੱਟ ਹੈ। ਪੰਜਾਬ ਦੇ ਵਿੱਚ ਕਦੇ ਆਕਸੀਜਨ ਤੋਂ ਬਿਨਾਂ ਕਦੇ ਨਹੀਂ ਸੁਣਿਆ ਕੋਈ ਕਿਤੇ ਕਿਤੇ ਮੌਤ ਹੋ ਗਈ ਹੋਵੇ, ਵਰਨਾ ਪੰਜਾਬ ਦੇ ਵਿੱਚ ਆਕਸੀਜਨ ਦੀ ਕਮੀ ਨਹੀਂ ਆਉਣ ਦਿੱਤੀ। ਹੈਲਥ ਮਿਨਿਸਟਰ ਜਿਹੜੇ ਸੀਗੇ ਬਲਬੀਰ ਸਿੰਘ ਸਿੱਧੂ, ਮੈਂ ਇਹਨਾਂ ਨੂੰ ਖੁਦ ਦੇਖਦਾ ਰਿਹਾ, ਦਿਨ ਰਾਤ ਲੱਗੇ ਰਹੇ, ਹਸਪਤਾਲਾਂ ਦੇ ਵਿੱਚ ਜਾ ਕੇ ਖੁਦ ਚੈਕਿੰਗ ਕਰਦੇ ਰਹੇ, ਜਾ ਕੇ ਉੱਥੇ ਜਿਹੜੇ ਪ੍ਰਾਈਵੇਟ ਹਸਪਤਾਲ ਸੀ ਉੱਥੇ ਤੱਕ ਉਹਨਾਂ ਨੇ ਸ਼ਿਕੰਜਾ ਕੱਸਤਾ ਵੀ ਅਸੀਂ ਤੁਹਾਨੂੰ ਵੱਧ ਪੈਸੇ ਨਹੀਂ ਲੈਣ ਦੇਣੇ। ਆਕਸੀਜਨ ਉਹਨਾਂ ਨੇ ਪੂਰੀ ਭਰਪੂਰ ਇਹਨਾਂ ਨੇ ਰੱਖੀ, ਲੋਕਲ ਉਹਨਾਂ ਨੇ ਪ੍ਰੋਡਕਸ਼ਨਸ ਵਧਾਈਆਂ। ਅਤੇ ਕਰੋਨਾ ਦੇ ਵਿੱਚ ਤਾਂ ਲੋਕਾਂ ਨੇ, ਮੈਂ ਸਮਝਦਾ ਪੰਜਾਬ ਗੌਰਮੈਂਟ ਨੂੰ ਸਾਰੀਆਂ ਸਟੇਟਾਂ ਨਾਲ ਵੱਧ ਸ਼ਾਬਾਸ਼ੀ ਦਿੱਤੀ ਹੈ ਕਿ ਸਭ ਤੋਂ ਵਧੀਆ ਇਹਨਾਂ ਨੇ ਕੀਤਾ ਹੈ। ਜਿੱਦਾਂ ਕੁਝ ਦਿਨ ਪਹਿਲਾਂ ਸੁਭਾਸ਼ ਜੀ PRTC ਕਰਮਚਾਰੀ ਵੱਲੋਂ ਇਹ ਕਿਹਾ ਗਿਆ ਕਿ ਕਾਂਗਰਸ ਦੀ ਸਰਕਾਰ ਅਸੀਂ ਚਾਹੁੰਦੇ ਨਾ ਆਵੇ, ਪ੍ਰੋਟੈਸਟ ਕਰਨ ਲਗਾਤਾਰ। ਹਾਲਾਂਕਿ ਸਿਸਵਾ ਨੂੰ ਘੇਰਾਵ ਕਰਨ ਦੀ ਗੱਲ ਹੋਈ ਸੀ ਪਰ ਉਹ ਸ਼ਾਂਤੀਪੂਰਵਕ ਹੋਇਆ, ਅਤੇ ਨਾਲ ਇਹ ਵੀ ਕਿਹਾ ਕਿ ਜਿੱਥੇ ਪੰਜਾਬ ਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਹੁਣ ਕਾਂਗਰਸ ਦੀ ਵਜ੍ਹਾ ਨਾਲ ਉਹ ਪਿੱਤਲ ਦੀ ਉਹ ਕਾਂਗਰਸ ਸਰਕਾਰ ਉਹਨੂੰ ਕੈਪਟਨ ਸਰਕਾਰ ਮਿੱਟੀ ਦੀ ਚਿੜੀ ਬਣਾਉਣ 'ਤੇ ਤੁਲਿਆ ਹੋਇਆ ਹੈ। ਦੇਖੋ, ਜਦੋਂ ਕੋਈ ਵੀ ਆਰਗੇਨਾਈਜੇਸ਼ਨ ਪ੍ਰੋਟੈਸਟ ਕਰਦੀ ਹੈ ਉੱਥੇ ਗਰਮਾ ਗਰਮ ਭਾਸ਼ਣ ਹੁੰਦੇ ਹੈ, ਆਪਣੀ ਆਡੀਅנס ਨੂੰ ਆਪਣਾ ਖੁਸ਼ ਕਰਨ ਲਈ ਹੁੰਦਾ ਹੈ, ਕਈ ਵਾਰੀ ਆਪਣੀ ਗੱਲ ਨੂੰ ਕਹਿਣ ਦਾ ਤਰੀਕਾ ਹੁੰਦਾ। ਔਰ ਖਾਸ ਕਰ ਜਿਹੜੇ ਟ੍ਰੇਡ ਯੂਨੀਅਨ ਦੇ ਲੀਡਰ ਹੈ, ਇਹਨਾਂ ਦੀ ਭਾਸ਼ਾ ਦੇਖੋਗੇ ਹਮੇਸ਼ਾ ਅਗਰੈਸਿਵ ਹੁੰਦੀ ਹੈ ਕਿ ਸਰਕਾਰ ਨੂੰ ਜੋ ਮਰਜ਼ੀ ਬੋਲੋ। ਪਰ ਦੂਜੇ ਪਾਸੇ ਮੈਂ ਸਮਝਦਾ ਕਿ ਲੋਕਤੰਤਰ ਦੀ ਇਹੀ ਖੂਬੀ ਹੈ ਕਿ ਉਹ ਇੰਪਲਾਈ ਜਿਹੜਾ ਕੱਲ੍ਹ ਤੱਕ ਤੁਹਾਨੂੰ ਸਲੂਟ ਮਾਰਦਾ ਹੈ, ਜਦੋਂ ਉਹ ਹੜਤਾਲ ਕਰਦਾ ਕਦੇ ਕਹਿੰਦਾ ਮਾਮਾ ਮਰ ਗਿਆ, ਹਾਏ 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 ਹਾਏ, ਔਰ ਜਦੋਂ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਉਹੀ ਫਿਰ ਉਸੀ ਆਪਣੇ ਸਲੂਟ 'ਤੇ ਆ ਜਾਂਦੇ ਆ। ਇਹ ਲੋਕਤੰਤਰ ਇਹਨੂੰ ਕਹਿੰਦੇ ਆ। ਇੱਦਾਂ ਨਹੀਂ ਹੁੰਦਾ ਕਿ ਕਿਸਾਨ ਬੈਠੇ ਆ ਬਾਰਡਰ 'ਤੇ 9 ਮਹੀਨੇ ਸਾਲ ਗੱਲ ਹੀ ਨਾ ਕਰੋ। ਜਿਹੜੀ ਵੀ ਪੰਜਾਬ ਗੌਰਮੈਂਟ ਦੇ ਕਿਸੇ ਨੇ ਐਜੀਟੇਸ਼ਨ ਕੀਤੀ ਹੈ, ਪੰਜਾਬ ਗੌਰਮੈਂਟ ਨੇ ਦੂਜੇ ਤੀਜੇ ਦਿਨ ਹੀ ਮੰਤਰੀਆਂ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ, ਔਰ ਜਿਹੜੀਆਂ ਜਾਇਜ਼ ਮੰਗਾਂ ਹੈ ਉਹਨਾਂ ਦੀਆਂ ਮੰਨੋ, ਔਰ ਮੰਨੀਆਂ ਵੀ ਗਈਆਂ। ਇਸੇ ਕਰਕੇ ਪੰਜਾਬ ਦੇ ਵਿੱਚ ਕੋਈ ਬਹੁਤ ਲੰਬੀ ਐਜੀਟੇਸ਼ਨ ਨਹੀਂ ਹੋਈ ਜਿੱਥੇ ਇਹ ਲੱਗੇ ਕਿ ਸਰਕਾਰ ਨੇ ਕੋਈ ਅੜੀਅਲ ਰੁਪਈਆ ਰੁਪਾਇਆ। ਇਸ ਕਰਕੇ ਉਸ ਭਾਸ਼ਾ 'ਤੇ ਨਾ ਜਾ ਕੇ ਉਹਦੇ ਬਾਅਦ ਦੇ ਆਊਟਕਮ ਕੀ ਹੈ ਉਸ 'ਤੇ ਜਾਣਾ ਚਾਹੀਦਾ। ਉਹਨਾਂ ਨੇ ਬਾਅਦ 'ਚ ਕਿਉਂ ਨਹੀਂ ਪ੍ਰੋਟੈਸਟ ਕੀਤਾ? ਇਹਦਾ ਮਤਲਬ ਉਹਨਾਂ ਦੀ ਗੱਲਬਾਤ ਹੋਈ ਕਿਤੇ ਨਾ ਕਿਤੇ, ਸਰਕਾਰ ਦੀ ਕੋਈ ਭਰੋਸਾ ਮਿਲਿਆ ਉਹਨਾਂ ਨੂੰ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਸਰਕਾਰ ਇਹਨਾਂ ਦੇ ਮਸਲੇ ਸੁਲਝਾਉਣ ਤਾਂ ਇਹਨਾਂ ਨੂੰ ਜਗ੍ਹਾ ਜਗ੍ਹਾ ਪ੍ਰੋਟੈਸਟ ਕਰਨ ਦੀ ਲੋੜ ਹੀ ਨਾ ਪਵੇ? ਮੈਂ ਪਹਿਲਾਂ ਕਿਹਾ ਕਿ ਜਦੋਂ ਵੀ ਇਲੈਕਸ਼ਨ ਨੇੜੇ ਆਉਂਦੇ ਹੈ, ਟ੍ਰੇਡ ਯੂਨੀਅਨ ਦੇ ਵਿੱਚ ਮੈਂ ਥੋੜ੍ਹਾ ਜਿਹਾ ਕੰਮ ਕੀਤਾ। ਟ੍ਰੇਡ ਯੂਨੀਅਨ 'ਚ ਹਮੇਸ਼ਾ ਹੁੰਦਾ ਹੈ ਕਿ ਜਦੋਂ ਅਸੀਂ ਮੈਮੋਰੰਡਮ ਦਿੰਦੇ ਹਾਂ, ਅਸੀਂ 20-25 ਮੰਗਾਂ ਦੀ ਲਿਸਟ ਦੇ ਦਿੰਦੇ ਹਾਂ। ਸਾਡੇ ਦਿਮਾਗ 'ਚ ਹੁੰਦਾ ਹੈ ਕਿ ਚਲੋ 2-4 ਮੰਨੀਆਂ ਗਈਆਂ, 2-4 ਫਿਰ ਮਨਾ ਲਾਂਗੇ, 2-4 ਮੰਨੀਆਂ ਗਈਆਂ, 2-4 ਮਨਾ ਲਾਂਗੇ। ਇਹ ਤਰੀਕਾ ਹੈ ਟੇਬਲ ਟਾਕ ਕਹਿੰਦੇ ਇਹਨੂੰ ਕਰਨ ਦਾ। ਔਰ ਜਦੋਂ ਇਲੈਕਸ਼ਨ ਨੇੜੇ ਆਉਂਦੇ ਆ, ਜਿਹੜੀਆਂ ਵੀ ਮੰਗਾਂ ਉਹ 20-25 ਚੋਂ ਰਹਿ ਜਾਂਦੀਆਂ, ਉਹ ਟ੍ਰੇਡ ਯੂਨੀਅਨ ਥੋੜ੍ਹੀਆਂ ਕਾਇਮ ਹੋ ਜਾਂਦੀਆਂ। ਉਹਨਾਂ ਨੇ ਵੀ ਤਾਂ ਆਪਣੀ ਲੀਡਰੀ ਚਮਕਾਉਣੀ ਹੈ, ਉਹਨਾਂ ਨੇ ਵੀ ਤਾਂ ਕੱਲ੍ਹ ਨੂੰ ਪ੍ਰਧਾਨ ਦੁਬਾਰਾ ਬਣਨਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਉਸ ਐਂਗਲ ਤੋਂ ਦੇਖਣਾ ਚਾਹੀਦਾ ਹੈ। ਇਹ ਨਹੀਂ ਕਿ ਉਹਨਾਂ ਨੇ ਭਾਸ਼ਾ ਕੀ ਬੋਲੀ। ਭਾਸ਼ਾ ਹਮੇਸ਼ਾ ਦੇਖਿਆ, ਜੋ ਵੀ ਟ੍ਰੇਡ ਯੂਨੀਅਨ ਦਾ ਲੀਡਰ ਹੋਏਗਾ, ਉਹ ਕਾਂਗਰਸ ਦਾ ਹੋਵੇ, ਉਹ ਕਾਮਰੇਡ ਹੋਵੇ, ਉਹ BJP ਤਾਂ ਹੈ ਹੀ ਨਹੀਂ ਗਾ ਟ੍ਰੇਡ 'ਚ, ਉਹਨਾਂ ਦੀ ਤਾਂ ਗੱਲ ਹੀ ਨਹੀਂ ਕਰਨੀ। ਇਹ ਭਾਸ਼ਾ ਹਮੇਸ਼ਾ ਗੁੱਸੇ ਵਾਲੀ, ਅਗਰੈਸਿਵ ਬੋਲਦੇ ਆ ਆਪਣੀ ਕੌਂਸਟੀਚੁਐਂਸੀ ਨੂੰ ਖੁਸ਼ ਕਰਨ ਲਈ। ਤੋਂ ਆਖਰੀ ਸਵਾਲ ਪੁੱਛਣਾ ਚਾਹਾਂਗਾ, ਜੇਕਰ ਸਾਲ 2022 ਵਿੱਚ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਤਾਂ ਤੁਸੀਂ ਕਿਹੜੇ ਕੰਮ ਨੇ ਜਿਹੜੇ ਅਧੂਰੇ ਨੇ ਉਹ ਪੂਰੇ ਕਰਨਾ ਚਾਹੋਗੇ? ਚਾਹੇ ਉਹ ਪਾਰਟੀ ਨੂੰ ਲੈ ਕੇ ਹੈ, ਚਾਹੇ ਉਹ ਦੇਸ਼ ਦੀ ਸਮੱਸਿਆਵਾਂ ਨੂੰ ਲੈ ਕੇ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਦੇਸ਼ ਇਸ ਸਮੇਂ ਬਹੁਤ ਸਮੱਸਿਆਵਾਂ ਨਾਲ ਲੜ ਰਿਹਾ ਹੈ, ਲੋਕ ਰੋਟੀ ਤੋਂ ਮੁਹਤਾਜ ਨੇ, ਹਰ ਇੱਕ ਦੀ ਸਮੱਸਿਆ ਹੈ। ਦੇਖੋ, ਜਿੱਥੇ ਤੱਕ ਪੰਜਾਬ ਦਾ ਤਾਲੁਕ ਹੈ, ਜੇਕਰ ਤੁਸੀਂ ਗੱਲਾਂ ਕਰ ਰਹੇ ਹੋ ਪੰਜਾਬ ਦੇ ਹਿੰਦੁਸਤਾਨ ਦੇ ਦੂਜੇ ਸੂਬਿਆਂ ਦੀ ਗੱਲਾਂ ਹੈ ਕਿ ਬਿਹਾਰ 'ਚ ਰੋਟੀ ਦਾ ਮਸਲਾ ਹੈ, UP 'ਚ ਮਸਲਾ ਹੈ, ਬੰਗਾਲ 'ਚ ਮਸਲਾ ਹੈ। ਪੰਜਾਬ ਤਾਂ ਇੱਕ ਖਾਂਦਾ ਪੀਂਦਾ ਪ੍ਰਦੇਸ਼ ਹੈ। ਵੋਟਾਂ ਦੀ ਗੱਲ ਨਹੀਂ, ਵਿੱਚ ਹੀ ਤੁਹਾਡੀ ਗੱਲ ਐਡ ਕਰਦੇ ਹਾਂ ਕਿ ਜੱਟ ਇੰਨੇ % ਨੇ, ਬਾਹਮਣ ਇੰਨੇ % ਨੇ, ਮੁਸਲਮਾਨ ਇੰਨੇ % ਨੇ, ਉਹ ਵੀ ਮੁੱਦਾ ਚੱਲ ਰਿਹਾ ਕਿਤੇ ਨਾ ਕਿਤੇ। ਇਹ ਰਾਜਨੀਤਿਕ ਪਾਰਟੀਆਂ ਦਾ ਆਪਣੇ ਫਾਇਦੇ ਲਈ ਮੁੱਦਾ ਚੱਕਿਆ ਜਾਂਦਾ ਹੈ। ਪੰਜਾਬ ਦੇ ਵਿੱਚ ਕੋਈ ਜਾਤ ਪਾਤ ਦਾ ਨਹੀਂ, ਇੱਥੇ ਕੋਈ ਜੱਟ ਨਹੀਂ, ਕੋਈ ਇੱਥੇ ਸਭ ਜਿਹੜੇ ਹੈ ਸਾਰੀਆਂ ਕੌਮਾਂ ਮਿਲ ਕੇ। ਮੈਨੂੰ ਇਹ ਦੱਸੋ, ਜੱਟ ਜ਼ਿਮੀਂਦਾਰ ਹੈ, ਉਹਦਾ ਗੁਜ਼ਾਰਾ ਹੈ? ਜਿਹੜਾ ਪਿੰਡ ਦਾ ਕਾਮੂ ਹੈ ਉਹਦੇ ਬਿਨਾਂ, ਉਹ ਤਾਂ ਜੱਟ ਨਹੀਂ ਹੁੰਦੇ, ਉਹ ਤਾਂ ਦੂਜੀਆਂ ਕਾਸਟਾਂ ਦੇ ਹੁੰਦੇ ਆ। ਜੇ ਟਰੱਕ ਦੇ ਡਰਾਈਵਰ ਜਿਹੜਾ ਹੈ ਉਹ ਤਾਂ ਜੱਟ ਨਹੀਂ ਜਾਂ ਦੂਜੀ ਕਾਸਟ ਦਾ ਹੋਊਗਾ। ਇਹ ਪੰਜਾਬ ਜਿਹੜਾ ਹੈ ਨਾ, ਜਿੱਥੇ ਪੰਜਾਬ ਐਗਰੀਕਲਚਰ ਸਟੇਟ ਹੈ। ਤੁਹਾਨੂੰ ਲੱਗਦਾ ਪੰਜਾਬ ਹਜੇ ਵੀ ਜਾਤੀਵਾਦ ਦੇ ਚੁੰਗਲ 'ਚੋਂ ਨਿਕਲਿਆ ਨਹੀਂ, ਫਸਿਆ ਹੋਇਆ? ਨਹੀਂ, ਜਾਤੀਵਾਦ 'ਚ ਹੈ ਹੀ ਨਹੀਂ ਪੰਜਾਬ। ਮੈਂ ਸਮਝਦਾ ਪੰਜਾਬ ਜਾਤੀਵਾਦ ਤੋਂ ਉੱਪਰ ਉੱਠ ਚੁੱਕਿਆ ਹੈ। ਪੰਜਾਬ ਦਾ ਹੁਣ ਇੱਕੋ ਹੀ ਹੈ ਸਰਕਾਰ ਦਾ ਮੁੱਦਾ ਕਿ ਕਿਵੇਂ ਅਸੀਂ ਪੰਜਾਬੀਆਂ ਦੀ ਆਮਦਨ ਵਧਾਈਏ, ਕਿਵੇਂ ਕਿਸਾਨੀ ਮੁੱਦਾ ਜਲਦੀ ਹੱਲ ਹੋ ਜਾਏ। ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਮੋਦੀ ਨੂੰ ਅਕਲ ਆ ਜਾਏ ਥੋੜ੍ਹੀ ਜਿਹੀ, ਉਹ ਸਾਰੇ ਪੰਜਾਬ ਦਾ ਹੱਲ ਹੋ ਜਾਏ। ਹੱਲ ਹੋ ਜਾਂਦਾ ਹੈ ਜਦੋਂ ਸਰਕਾਰ ਸਟੇਟ ਸਮੂਥ ਚੱਲਣ ਲੱਗ ਜਾਂਦੀ, ਫਿਰ ਚੌਮੁਖੀ ਤਰੱਕੀ ਹੁੰਦੀ ਹੈ। ਸਰਕਾਰ ਜਿਹੜੀ ਵੀ ਆਏਗੀ ਕਾਂਗਰਸ ਦੀ, ਅਮਰਿੰਦਰ ਸਿੰਘ ਜੀ ਲੀਡ ਕਰਨ ਜਾਂ ਸਿੱਧੂ ਸਾਹਿਬ ਲੀਡ ਕਰਨ, ਦੋਨੇ ਸਾਡੇ ਕੋਲ ਤਾਂ 2 ਵੱਡੇ ਚਿਹਰੇ ਹੈ। ਹੋਰ ਪਾਰਟੀਆਂ ਕੋਲ ਤਾਂ ਇਹਨਾਂ ਦੇ ਲੱਭ ਦੱਸੋ, ਅਕਾਲੀ ਦਲ ਕੋਲ ਕੌਣ ਚਿਹਰਾ ਅੱਜ, BJP ਕੋਲ ਕੌਣ ਚਿਹਰਾ ਹੈ, ਆਮ ਆਦਮੀ ਪਾਰਟੀ ਕੋਲ ਕੌਣ ਚਿਹਰਾ ਹੈ? ਲੋਕ ਦੇਖਦੇ ਤਾਂ ਹੈ ਨਾ ਕਿ ਅਸੀਂ ਅਗਰ ਕਿਸੇ ਪਾਰਟੀ ਨੂੰ ਵੋਟ ਪਾ ਰਹੇ ਹਾਂ ਤਾਂ ਕੱਲ੍ਹ ਨੂੰ ਮੁੱਖ ਮੰਤਰੀ ਕੌਣ ਬਣੇਗਾ। ਦੋਹੇ ਸਾਡੇ ਕੋਲ ਸક્ષਮ ਲੀਡਰ ਹੈ ਜਿਹੜੇ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੇ ਹੈ।
ਤੇ ਪੰਜਾਬ ਦੇ ਵਿੱਚ ਅਮਰਿੰਦਰ ਸਿੰਘ ਨੇ ਦਿਖਾਤਾ ਪਿਛਲੇ ਦਿਨਾਂ ਦੇ ਵਿੱਚ। ਤੁਸੀਂ ਦੱਸੋ ਬਾਦਲ ਸਰਕਾਰ ਵੇਲੇ ਕੀ ਲੋਕਾਂ ਦੀ ਚਰਚਾ ਸੀ ਵੀ ਕੋਈ ਕੰਮ ਬਿਨਾਂ ਪੈਸਿਆਂ ਨਹੀਂ ਹੁੰਦਾ, ਕੋਈ ਟਰਾਂਸਫਰ ਕਰਨੀ ਉਹਦੇ ਲਈ ਪੈਸੇ, ਪੋਸਟਿੰਗ ਹੋਣੀ ਉਹਦੇ ਲਈ ਪੈਸੇ, ਠੇਕੇਦਾਰੀ 'ਚ ਪੈਸੇ ਉਹਦੇ। ਕੋਈ ਇੱਕ ਸਕੈਂਡਲ ਹੋਇਆ 5 ਸਾਲਾਂ ਦੇ ਵਿੱਚ ਕਦੇ ਸੁਣਿਆ ਕਿ CM ਅਮਰਿੰਦਰ ਸਿੰਘ ਕਿਸੇ ਲੈਣ ਦੇਣ ਦੇ ਪੈਸਿਆਂ ਦੇ ਮਾਮਲੇ ਸ਼ਾਮਿਲ ਹੈ? ਇਹ ਕੀ ਸਾਡੇ ਸਰਕਾਰ ਦੀ ਇੱਕ ਖੂਬੀ ਨਹੀਂ ਹੈ ਜਿੱਥੇ ਕਿ ਅੱਜ ਹਰ ਪ੍ਰਦੇਸ਼ ਦਾ ਕੋਈ ਮੁੱਖ ਮੰਤਰੀ, ਕੋਈ ਮੰਤਰੀ। ਰਾਜਕੁਮਾਰ ਵਿਰਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਨੇ ਉਹ ਜਿਹੜੇ ਮਾਫੀਆ ਰੇਤ ਮਾਫੀਆ ਤੱਕ ਦੇ ਬੰਦਿਆਂ ਕੋਲੇ ਜਾ ਕੇ ਮਿਲਦੇ ਨੇ ਉਹਨਾਂ ਨੂੰ ਜਾ ਕੇ। ਮੈਂ ਕਿਸੇ ਨੂੰ ਮਿਲਣ ਜਾਵਾਂ ਮੈਨੂੰ ਕੀ ਪਤਾ ਅੱਗੇ ਕੀ ਕੰਮ ਅੱਗਾ ਕਰਦਾ ਹੈ। ਇਹ ਤਾਂ ਜਦੋਂ ਦੇਖਾਂਗੇ, ਜਦੋਂ ਕੋਈ ਸੱਤਾ 'ਚ ਬੰਦਾ ਆਉਂਦਾ ਉਹਦੇ ਖਿਲਾਫ ਕੀ ਐਕਸ਼ਨ ਲੈਂਦੇ ਆ। ਮੈਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਤਾਂ ਮਾਫੀਆ ਦੇ ਖਿਲਾਫ ਲੜ ਰਹੇ ਆ, ਅਮਰਿੰਦਰ ਸਿੰਘ ਵੀ ਉਹਨਾਂ ਦੀ ਗੱਲਾਂ 'ਤੇ ਰਾਜੀ ਹੈ ਹੁਣ ਕਿ ਹਾਂ ਇਹ ਚੀਜ਼ਾਂ ਕੁਛ ਹੈਗੀਆਂ ਜਿਹਦੇ ਨਾਲ ਪੰਜਾਬ ਨੂੰ ਨੁਕਸਾਨ ਹੋਇਆ। ਤਾਂ ਇਸ ਕਰਕੇ ਹੁਣ ਮੈਂ ਸਮਝਦਾ ਸ਼ਾਇਦ ਰਾਜਕੁਮਾਰ ਵੇਰਕਾ ਜੀ ਨੇ 2-4 ਮਹੀਨੇ ਪਹਿਲਾਂ ਗੱਲ ਕਹੀ ਹੋਵੇ, ਜਦੋਂ ਲੜਾਈ ਚੱਲਦੀ ਹੈ ਨਾ ਉਦੋਂ ਇੱਧਰ ਉੱਧਰ ਗੱਲ ਨਿਕਲ। ਹਾਲ ਹੀ 'ਚ ਪਹਿਲਾਂ ਕਿ ਮੈਂ ਉਹਨਾਂ ਨੂੰ ਇੰਟਰਵਿਊ ਕੀਤਾ ਸੀ, ਉਹਨਾਂ ਨੇ 20-25 ਦਿਨ ਪਹਿਲਾਂ ਇਹ ਗੱਲ ਕਹੀ ਹੈ। ਮੈਂ ਸਲਾਹਕਾਰ ਨੂੰ ਹਟਾਉਣ ਦੀ ਗੱਲ ਆ ਰਹੀ ਸੀ। ਮੈਂ ਸਮਝਦਾ ਕਿ 20-25 ਦਿਨ ਤੋਂ ਬਾਅਦ ਬਹੁਤ ਕੁਝ ਪਾਣੀ ਪੁਲਾਂ ਥੱਲੋਂ ਨਿਕਲ ਚੁੱਕਾ। ਹੁਣ ਹਾਲਾਤ ਪੰਜਾਬ ਦੇ ਨਾਰਮਲ ਹੈ, ਵਿਦਨ ਦੀ ਪਾਰਟੀ ਵੀ ਨਾਰਮਲ ਹੈ ਅਤੇ ਵਿਦਨ ਤੋਂ ਬਾਹਰ ਸਾਈਡ 'ਤੇ ਵੀ ਪੰਜਾਬ ਇਸ ਟਾਈਮ ਖੁਸ਼ਹਾਲੀ ਵਾਲੇ ਪਾਸੇ ਰਸਤੇ ਚੱਲਿਆ ਹੋਇਆ। ਇਸ ਕਰਕੇ ਇੱਕ ਨਾ ਫੌਰੀ ਘਟਨਾਵਾਂ ਹੁੰਦੀਆਂ ਕਈ ਵਾਰੀ, ਇੱਧਰੋਂ ਬਿਆਨ ਆਇਆ ਦੂਜੇ ਨੇ ਕਾਊਂਟਰ ਕੀਤਾ, ਉਹ ਕੋਈ ਪਰਮਾਨੈਂਟ ਨਹੀਂ ਸਮਝਣਾ ਚਾਹੀਦਾ। ਉਹਨੂੰ ਕਹਿੰਦੇ ਇੱਕ ਫੌਰੀ ਰਿਐਕਸ਼ਨ, 5 ਮਿੰਟ ਦੀ ਰਿਐਕਸ਼ਨ ਹੁੰਦੀ ਹੈ, ਬਾਅਦ 'ਚ ਸਾਰਾ ਕੁਝ ਨਾਰਮਲ ਹੋ ਜਾਂਦਾ। ਤਾਂ ਤੁਸੀਂ ਦੇਖਿਆ ਸੀ ਕਿ ਮੇਰੇ ਨਾਲ ਮੇਅਰ ਸੁਭਾਸ਼ ਚਾਵਲਾ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਹ ਕਿਹਾ ਕਿ ਜਿੱਥੇ ਕਾਂਗਰਸ ਬਾਰੇ ਕਈ ਲੋਕ ਗੱਲਾਂ ਬਣਾਉਂਦੇ ਨੇ, ਕੋਈ ਕੁਝ ਕਹਿੰਦਾ ਹੈ, ਅੰਦਰ ਖਾਤੇ ਬਹੁਤ ਸਾਰੀਆਂ ਗੱਲਾਂ ਨੇ ਕਿਉਂਕਿ ਇਹ ਪੋਲੀਟੀਕਲ ਏਜੰਡਾ ਹੈ। ਸਾਲ 2022 ਦੀ ਚੋਣਾਂ ਨੇੜੇ ਨੇ। ਤੁਹਾਨੂੰ ਕੀ ਲੱਗਦਾ ਕਿਸ ਦੀ ਪਾਰਟੀ ਹੱਸਦੀ ਹੈ, ਕਾਂਗਰਸ, BJP, ਅਕਾਲੀ ਦਲ ਜਾਂ ਫਿਰ ਆਪ ਪਾਰਟੀ? ਤੇ ਰਹੀ ਗੱਲ PRTC ਕਰਮਚਾਰੀਆਂ ਦੀ, ਉਹਨਾਂ ਨੇ ਕਿ ਇਹ ਟ੍ਰੇਡਿੰਗ ਦੀ ਭਾਸ਼ਾ ਹੈ, ਟ੍ਰੇਡ ਵਾਲੀ ਭਾਸ਼ਾ ਹੈ, ਇਹਨੂੰ ਕੋਈ ਸਮਝ ਨਹੀਂ ਸਕਦਾ। ਤੁਸੀਂ ਵੀ ਕਮੈਂਟਸ ਨੇ ਵਿਚਾਰ ਇਸ ਬਾਰੇ ਆਪਣੇ ਸਾਂਝੇ ਕਰ ਸਕਦੇ ਹੋ। ਬਣੇ ਰਹੋ ਇੰਡੀਆ+ TV ਨਾਲ।